ਬੇਟਾ ਗੁੱਡ ਮਾਰਨਿੰਗ। ਤੱਕ ਬੱਚੇ ਆਪਾਂ ਨਰਕਸ ਥੀਸਿਸ ਆਫ ਡਿਸਗਾਈਜ਼ਡ ਅਨਇੰਪਲੋਇਮੈਂਟ ਦੇ ਵਿੱਚ ਇੰਟਰੋਡਕਸ਼ਨ ਸਟੱਡੀ ਕੀਤੀ। ਦੈਨ ਵੀ ਟਾਕਡ ਅਬਾਊਟ ਨੇਚਰ ਆਫ ਅਨਇੰਪਲੋਇਮੈਂਟ ਇਨ ਡਿਵੈਲਪਡ ਅਤੇ ਅੰਡਰ ਡਿਵੈਲਪ ਕੰਟਰੀਜ਼। ਕੀ ਜਿਹੜੀਆਂ ਡਿਵੈਲਪਡ ਕੰਟਰੀਜ਼ ਹੁੰਦੀਆਂ ਨੇ ਉੱਥੇ ਕਿਸ ਤਰ੍ਹਾਂ ਦੀ ਉੱਥੇ ਡਿਸਗਾਈਜ਼ਡ ਅਨਇੰਪਲੋਇਮੈਂਟ ਹੁੰਦੀ ਹੈ, ਅਤੇ ਜਿਹੜੀਆਂ ਡਿਵੈਲਪਡ ਕੰਟਰੀਜ਼ ਹੁੰਦੀਆਂ ਨੇ ਉੱਥੇ ਸਟਰਕਚਰਲ ਅਨਇੰਪਲੋਇਮੈਂਟ ਹੈ ਜਿਹੜੀ ਉਹ ਹੁੰਦੀ ਹੈ। ਦੈਨ ਵੀ ਟਾਕਡ ਅਬਾਊਟ ਡਿਸਗਾਈਜ਼ਡ ਅਨਇੰਪਲੋਇਮੈਂਟ ਅਤੇ ਇੰਡਸਟਰੀਅਲ ਅਨਇੰਪਲੋਇਮੈਂਟ ਦਾ ਡਿਫਰੈਂਸ। Then we talked in length meaning of disguised unemployment along with its diagrammatical presentation. फिर उस तो बाद आप features of disguised unemployment किते, then causes, then we talked about A.K. Sen's views on disguised unemployment। ਫਿਰ ਅਸੀਂ ਡਿਸਗਾਈਜ਼ਡ ਅਨਇੰਪਲੋਇਮੈਂਟ ਕਿਸ ਤਰ੍ਹਾਂ ਦੇ ਨਾਲ ਸੇਵਿੰਗ ਨੂੰ ਕੰਟਰੀਬਿਊਟ ਕਰਦੀ ਹੈ, ਮੀਨਸ ਉਹ ਸੇਵਿੰਗਸ ਕਰ ਸਕਦੀ ਹੈ, ਉਹਦੇ ਵਿੱਚ ਅਸੀਂ ਲੂਇਸ ਅਤੇ ਨਰਕਸ ਦੇ ਵਿਊਜ਼ ਕੀਤੇ ਨੇ। ਸੋ today we are going to study leakage from the concealed saving potential ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀਆਂ ਸੇਵਿੰਗਸ ਨੇ ਉਹਨਾਂ ਦੇ ਵਿੱਚੋਂ ਲੀਕੇਜ ਹੁੰਦੀ ਹੈ। ਲੀਕੇਜ ਯੂ ਨੋ ਵੈਰੀ ਵੈਲ ਕਿ ਅਗਰ ਕਿਸੇ ਚੀਜ਼ ਦੇ ਵਿੱਚ ਲੀਕੇਜ ਹੁੰਦੀ ਹੈ ਤਾਂ ਉਹ ਜਿੱਥੋਂ ਲੀਕੇਜ ਹੋ ਰਹੀ ਹੈ ਉਸ ਤੋਂ ਬਾਅਦ ਉਸ ਚੀਜ਼ ਨੇ ਜਿਹੜਾ ਹੈ ਉਹ ਖਾਲੀ ਹੋ ਜਾਣਾ ਹੁੰਦਾ ਹੈ। ਸੋ ਸੇਵਿੰਗ ਪੋਟੈਂਸ਼ੀਅਲ ਇਨ ਡਿਸਗਾਈਜ਼ਡ ਅਨਇੰਪਲੋਇਮੈਂਟ ਕਿਸ ਚੀਜ਼ 'ਤੇ ਡਿਪੈਂਡ ਕਰਦੀ ਹੈ, ਉਸ ਕੰਡੀਸ਼ਨ ਦੇ ਕਿ ਜਿਹੜੇ ਲੋਕ ਨੇ ਉਹ ਫੈਮਿਲੀ ਫਾਰਮਸ ਦੇ ਉੱਤੇ ਜਦੋਂ ਕੰਮ ਕਰ ਰਹੇ ਹੁੰਦੇ ਨੇ ਤਾਂ ਉਹ ਆਪਣਾ ਕੰਜ਼ੰਪਸ਼ਨ ਲੈਵਲ ਇਨਕਰੀਜ਼ ਨਹੀਂ ਕਰ ਰਹੇ ਹੁੰਦੇ ਈਵਨ ਆਫਟਰ ਸਮ ਆਫ ਦੇਅਰ ਰਿਲੇਟਿਵਸ, ਚਾਹੇ ਉਹਦੇ ਵਿੱਚੋਂ ਕੁਛ ਕੁ ਲੋਕਾਂ ਨੂੰ ਉੱਥੋਂ ਕੰਮ ਦੇ ਵਿੱਚੋਂ ਕੱਢ ਕੇ ਦੂਸਰੇ ਕੈਪੀਟਲ ਪ੍ਰੋਜੈਕਟਸ ਦੇ ਵਿੱਚ ਲਗਾ ਦਿੱਤਾ ਜਾਵੇ। ਪਰ ਜੇ ਇਹ ਕੰਡੀਸ਼ਨ ਸੈਟਿਸਫਾਈ ਨਾ ਹੋਵੇ ਕਿ ਜਿਹੜੇ ਲੋਕਾਂ ਨੂੰ ਅਸੀਂ ਉੱਥੋਂ ਬਾਹਰ ਕੱਢ ਕੇ ਕਿਤੇ ਹੋਰ ਇੰਪਲੋਏ ਕੀਤਾ ਹੈ ਤਾਂ ਉਹਨਾਂ ਨੂੰ ਆਪਦਾ ਖਰਚਾ ਆਪ ਕਰਨਾ ਪਿਆ, ਤਾਂ ਜਿਹੜੀ ਸੇਵਿੰਗ ਪੋਟੈਂਸ਼ੀਅਲ ਹੈ ਉਹ ਰਿਡਿਊਸ ਹੋ ਜੂਗੀ। ਇਹਦਾ ਮਤਲਬ ਜਿਹੜੀਆਂ ਸੇਵਿੰਗਸ ਨੇ ਉਹ ਫਿਰ ਕਿਸ ਚੀਜ਼ ਚਲੀਆਂ ਜਾਣਗੀਆਂ, ਦੈਟ ਇਜ਼ ਜਸਟ ਦ ਸਰਪਲਸ ਆਫ ਦਿਸ ਫੂਡ ਗ੍ਰੇਨ ਪ੍ਰੋਡਕਸ਼ਨ। ਸੋ ਇਹ ਜਿਹੜੀਆਂ ਸੇਵਿੰਗਸ ਨੇ ਦੇ ਵਿਲ ਬੀ ਲੀਕਡ, ਠੀਕ ਹੈ, ਤਾਂ ਇਹ ਲੀਕੇਜਸ ਨੇ ਜਿਹੜੀਆਂ ਇਹ ਸੇਵਿੰਗ ਪੋਟੈਂਸ਼ੀਅਲ ਦੇ ਉੱਤੇ ਲਿਮਿਟ ਪ੍ਰੋਵਾਈਡ ਕਰ ਦਿੰਦੀਆਂ ਨੇ। ਸੋ ਨਰਕਸ ਨੇ ਫੋਲੋਇੰਗ ਲੀਕੇਜਸ ਦੱਸੀਆਂ ਨੇ ਵੈਨ ਦਾ ਰਿਮੇਨਿੰਗ ਪੀਪਲ, ਜਿਹੜੇ ਬਚੇ ਹੋਏ ਲੋਕ ਹੁਣ ਫੈਮਿਲੀ ਫਾਰਮ ਦੇ ਉੱਤੇ ਕੰਮ ਕਰ ਰਹੇ ਨੇ, ਉਹ ਆਪਦੀ ਕੰਜ਼ੰਪਸ਼ਨ ਹੈ ਜਿਹੜੀ ਉਹ ਵਧਾ ਦਿੰਦੇ ਨੇ ਜਦੋਂ ਉਹਨਾਂ ਦੇ ਕੁਝ ਕੁ ਲੋਕ ਉੱਥੋਂ ਚਲੇ ਜਾਂਦੇ ਨੇ, ਤਾਂ ਉਹਦੇ ਨਾਲ ਸੀਰੀਅਸ ਲੀਕੇਜ ਹੈ ਜਿਹੜੀ ਉਹ ਹੁੰਦੀ ਹੈ। ਨਰਕਸ ਦਾ ਮੰਨਣਾ ਹੈ ਕਿ ਫਾਰਮਰਸ ਨੇ ਜਿਹੜੇ ਉਹ ਨੋਰਮਲੀ ਸਬਸਿਸਟੈਂਸ ਲੈਵਲ ਦੇ ਉੱਤੇ ਰਹਿੰਦੇ ਨੇ ਤਾਂ ਉੱਥੇ ਉਹਨਾਂ ਦੀ ਹਮੇਸ਼ਾ ਅਰਜ਼ ਹੁੰਦੀ ਹੈ, ਉਹਨਾਂ ਦੀ ਅੰਦਰੋਂ ਇੱਕ ਅੰਦਰੂਨੀ ਇੱਛਾ ਹੁੰਦੀ ਹੈ ਕਿ ਉਹਨਾਂ ਦਾ ਥੋੜ੍ਹਾ ਜਿਹਾ ਸਟੈਂਡਰਡ ਆਫ ਲਿਵਿੰਗ ਹੈ ਵਧੇ। ਸੋ ਇਹਦੇ ਵਾਸਤੇ ਉਹ ਮੋਰ ਫੂਡ ਗ੍ਰੇਨਸ ਨੇ ਜਿਹੜੇ ਉਹ ਕੰਜ਼ਿਊਮ ਕਰਦੇ ਨੇ। ਸੋ ਸ਼ੇਅਰ ਆਫ ਵਰਕਰਸ ਟਰਾਂਸਫਰਡ ਫਰੋਮ ਐਗਰੀਕਲਚਰਲ, ਜਿਹੜੇ ਲੋਕਾਂ ਨੂੰ ਅਸੀਂ ਉਸ ਸੈਕਟਰ 'ਚੋਂ ਕੱਢ ਕੇ ਕਿਤੇ ਹੋਰ ਲਾਇਆ ਸੀ ਤਾਂ ਉਹਨਾਂ ਦੀ ਜਿਹੜੀ ਕਮਾਈ ਆ ਉਹ ਸਾਰੀ ਸਿਰਫ ਸਬਸਿਸਟੈਂਸ ਖਾਣ ਪੀਣ ਦੇ ਉੱਤੇ ਹੀ ਨਿਕਲ ਜਾਂਦੀ ਹੈ। ਯੈਟ ਅਨਦਰ ਲੀਕੇਜ ਹੁੰਦੀ ਹੈ ਜਦੋਂ ਵਰਕਰਸ ਜਿਹੜੇ ਕੈਪੀਟਲ ਪ੍ਰੋਜੈਕਟਸ ਦੇ ਵਿੱਚ ਲੱਗੇ ਹੋਏ ਨੇ, ਮੀਨਸ ਆਊਟਸਾਈਡ ਐਗਰੀਕਲਚਰ ਸੈਕਟਰ ਲੱਗੇ ਹੋਏ ਨੇ, ਉਹ ਵੀ ਜਦੋਂ ਆਪਣੀ ਕੰਜ਼ੰਪਸ਼ਨ ਲੈਵਲ ਨੂੰ ਵਧਾ ਦਿੰਦੇ ਨੇ ਤਾਂ ਉਹਨਾਂ ਦੀ ਵੀ ਜਿਹੜੀ ਇਨਕਮ ਹੈ ਉਹ ਸਿਰਫ ਕੰਜ਼ੰਪਸ਼ਨ ਦੇ ਵਿੱਚ ਹੀ ਰਹਿ ਜਾਂਦੀ ਹੈ। ਦੈਨ ਟਰਾਂਸਪੋਰਟਿੰਗ ਦਾ ਸਰਪਲਸ, ਫਿਰ ਜਿਹੜਾ ਸਰਪਲਸ ਫੂਡ ਗ੍ਰੇਨ ਹੈ ਜਦੋਂ ਅਸੀਂ ਰੂਰਲ ਟੂ ਅਰਬਨ ਏਰੀਆਜ਼ ਦੇ ਵਿੱਚ ਲੈ ਕੇ ਜਾਂਦੇ ਹਾਂ ਤਾਂ ਉੱਥੇ ਟਰਾਂਸਪੋਰਟ ਕੋਸਟ ਦੇ ਵਿੱਚ ਹੀ ਉਹ ਸਾਰਾ ਦਾ ਸਾਰਾ ਜਿਹੜਾ ਖਰਚਾ ਸਾਡਾ ਨਿਕਲ ਜਾਂਦਾ ਹੈ। ਸੋ ਇਨ ਸ਼ੋਰਟ ਸਾਡੇ ਕੋਲ 3 ਟਾਈਪ ਦੀਆਂ ਲੀਕੇਜਸ ਜਿਹੜੀਆਂ ਐਗਜ਼ਿਸਟ ਕਰਦੀਆਂ ਨੇ। ਪਹਿਲੀ, ਜਦੋਂ ਜਿਹੜੇ ਲੋਕ ਕੰਮ ਦੇ ਵਿੱਚ ਬਚੇ ਹੋਏ ਨੇ ਉਹ ਆਪਣੀ ਕੰਜ਼ੰਪਸ਼ਨ ਨੂੰ ਵਧਾ ਦੇਣ। ਸੈਕਿੰਡ, ਜਿਹੜਿਆਂ ਨੂੰ ਅਸੀਂ ਐਗਰੀਕਲਚਰ 'ਚੋਂ ਕੱਢ ਕੇ ਜਿਹੜਾ ਹੈ ਦੂਜੇ ਕੈਪੀਟਲ ਪ੍ਰੋਜੈਕਟਸ ਦੇ ਵਿੱਚ ਲਗਾ ਦਿੱਤਾ ਉਹ ਆਪਣੀ ਕੰਜ਼ੰਪਸ਼ਨ ਵਧਾ ਦੇਣ। ਜਾਂ ਤੀਸਰਾ, ਜਦੋਂ ਅਸੀਂ ਸਰਪਲਸ ਫੂਡ ਗ੍ਰੇਨ ਨੂੰ ਕੀ ਕਰਨ ਲੱਗ ਜਾਂਦੇ ਹਾਂ, ਰੂਰਲ ਟੂ ਅਰਬਨ ਏਰੀਆਜ਼ ਦੇ ਵਿੱਚ ਟਰਾਂਸਫਰ ਕਰਦੇ ਹਾਂ ਤਾਂ ਉੱਥੇ ਟਰਾਂਸਪੋਰਟ ਕੋਸਟ ਦੇ ਵਿੱਚ ਚਲੇ ਜਾਂਦੇ ਨੇ। ਨਾ ਸੋਲਿਊਸ਼ਨਸ ਫॉर ਪਲੱਗਿੰਗ ਦ ਲੀਕੇਜਸ, ਹੁਣ ਲੀਕੇਜਸ ਨੂੰ ਕਿੱਦਾਂ ਰੋਕਣਾ ਹੈ, ਠੀਕ ਹੈ। ਫਸਟ ਹੈ ਐਗਰੀਕਲਚਰਲ ਟੈਕਸੇਸ਼ਨ, ਰਿਮੇਨਿੰਗ ਪੀਪਲ ਜਿਹੜੇ ਐਗਰੀਕਲਚਰ ਸੈਕਟਰ ਦੇ ਵਿੱਚ ਲੱਗੇ ਹੋਏ ਨੇ ਜਦੋਂ ਉਹ ਆਪਣਾ ਕੰਜ਼ੰਪਸ਼ਨ ਐਕਸਪੈਂਡੀਚਰ ਵਧਾਉਂਦੇ ਨੇ ਤਾਂ ਅਸੀਂ ਕੀ ਕਰਨਾ ਚਾਹੀਦਾ ਹੈ, ਸਾਨੂੰ ਉਹਨਾਂ ਤੋਂ ਟੈਕਸ ਦੀ ਫੋਰਮ ਦੇ ਵਿੱਚ ਸਰਪਲਸ ਫੂਡ ਗ੍ਰੇਨ ਆ ਉਹਨਾਂ ਤੋਂ ਲੈ ਲੈਣਾ ਚਾਹੀਦਾ ਹੈ, ਠੀਕ। ਸੈਕਿੰਡ, ਰੈਂਟ ਜਦੋਂ ਕਲੈਕਟ ਕਰਨਾ ਹੈ ਉਹ ਵੀ ਅਸੀਂ ਕਿਸ ਫੋਰਮ 'ਚ ਲੈ ਲਈਏ, ਇਨ ਦ ਫੋਰਮ ਆਫ ਫੂਡ ਗ੍ਰੇਨ। ਥਰਡ, ਕੰਪਲਸਰੀ ਸੇਲ, ਜਿੰਨਾ ਵੀ ਵੱਧ ਜਿਹੜਾ ਹੈ ਤੁਹਾਡੇ ਕੋਲ ਸਰਪਲਸ ਬਣਿਆ ਹੈ ਉਹ ਕੰਪਲਸਰੀਲੀ ਤੁਹਾਨੂੰ ਕੀ ਕਰਨਾ ਪਊਗਾ, ਗਵਰਨਮੈਂਟ ਨੂੰ ਸੇਲ ਕਰਨਾ ਪਊਗਾ ਐਟ ਦਾ ਫਿਕਸਡ ਪ੍ਰਾਈਸ। ਇਸ ਮੈਥਡ ਦੇ ਨਾਲ ਵੀ ਜਿਹੜਾ ਹੈ ਤੁਸੀਂ ਜਿਹੜੀਆਂ ਸੇਵਿੰਗਸ ਨੇ ਉਹਨਾਂ ਦੇ ਵਿੱਚੋਂ ਲੀਕੇਜਸ ਨੂੰ ਘਟਾ ਸਕਦੇ ਹੋ। ਦੈਨ ਕੰਪਲੀਮੈਂਟਰੀ ਸੇਵਿੰਗ ਦਾ ਮਤਲਬ ਹੈ ਕਿ
ਜਿਹੜੀਆਂ ਆਪਣੀਆਂ ਲੈਪਸ ਹੁੰਦਾ ਹੈ, ਜਿਹੜਾ ਟਾਈਮ ਗੈਪ ਹੁੰਦਾ ਹੈ ਜਾਂ ਬੰਦ ਹੋਣਾ, ਲੈਪਸ ਦਾ ਮਤਲਬ ਖਤਮ ਹੋਣਾ ਹੁੰਦਾ ਹੈ। ਸੋ ਕੁਝ ਐਡੀਸ਼ਨਲ ਸੇਵਿੰਗਸ ਨੇ ਜਿਹੜੀਆਂ ਉਹ ਆਪਾਂ ਅਦਰ ਸੋਰਸਿਸ ਦੇ ਥਰੂ ਕਰ ਸਕਦੇ ਹਾਂ। ਮੰਨ ਲਓ ਇੱਕ ਜਿਹੜਾ ਫੂਡ ਗ੍ਰੇਨ ਆ ਉਹਦੇ ਵਿੱਚ 2 ਕਰੋੜ ਦਾ ਜਿਹੜਾ ਸਰਪਲਸ ਹੈ ਉਹ ਆਇਆ ਹੈ ਜਦੋਂ ਤੁਸੀਂ ਉਸ ਐਗਰੀਕਲਚਰ ਸੈਕਟਰ ਤੋਂ ਕੁਛ ਕੁ ਲੋਕਾਂ ਨੂੰ ਬਾਹਰ ਕੱਢ ਲਿਆ। ਸੋ ਰੁਪੀ 1 ਕਰੋੜ ਆਊਟ ਆਫ ਇਟ, ਇਹਦੇ ਵਿੱਚੋਂ 1 ਕਰੋੜ ਹੈ ਜਿਹੜਾ ਉਹ ਤੁਸੀਂ ਵਰਕਿੰਗ ਕੈਪੀਟਲਸ ਦੇ ਉੱਤੇ ਖਰਚ ਕਰ ਦੋਗੇ, ਕਿਉਂਕਿ ਦੇਖੋ ਇਹ ਜਿਹੜਾ ਬੱਚੇ 2 ਕਰੋੜ ਤੁਹਾਨੂੰ ਲੱਗਦਾ ਹੋਵੇ ਸਰਪਲਸ ਕਿਵੇਂ ਆ ਗਏ, ਬੰਦੇ ਹੀ ਕੱਢੇ ਨੇ ਨਾ, ਨਹੀਂ ਅਸੀਂ ਇਸ ਚੀਜ਼ ਨੂੰ ਕੈਲਕੂਲੇਟ ਕਰਦੇ ਹਾਂ ਕਿ ਜਿਹੜੇ ਬੰਦੇ ਉੱਥੇ ਕੰਮ ਕਰ ਰਹੇ ਸੀ, ਰਾਈਟ, ਉਹਨਾਂ ਨੂੰ ਅਸੀਂ ਕਿਤੇ ਹੋਰ ਟਰਾਂਸਫਰ ਕਰਤਾ ਨਾ, ਉੱਥੋਂ ਜਿਹੜੀ ਉਹ ਇਨਕਮ ਹੈ ਉਸ ਇਨਕਮ ਨੂੰ ਅਸੀਂ ਹੁਣ ਕੀ ਕਹਾਂਗੇ ਕਿ ਉਹ 2 ਕਰੋੜ ਦੀ ਜਿਹੜੀ ਇਨਕਮ ਹੈ ਐਕਚੁਅਲੀ ਉਹ ਐਗਰੀਕਲਚਰ ਸੈਕਟਰ ਦੇ ਵਿੱਚੋਂ ਹੀ ਹੋਈ ਹੈ, ਕਿਉਂਕਿ ਉੱਥੋਂ ਉਹਨਾਂ ਲੋਕਾਂ ਨੂੰ ਅਸੀਂ ਕੱਢਿਆ ਹੈ। ਤਾਂ ਹੁਣ ਅਸੀਂ ਇਸ 2 ਕਰੋੜ ਵਿੱਚੋਂ ਜੇ 1 ਕਰੋੜ ਆਪਾਂ ਇਹ ਵੀ ਲਗਾ ਲਈਏ ਕਿ ਜਦੋਂ ਉਹਨਾਂ ਬੰਦਿਆਂ ਨੂੰ ਉੱਧਰ ਕੰਮ ਦੇ ਉੱਤੇ ਟਰਾਂਸਫਰ ਕੀਤਾ ਹੋਊਗਾ, ਉੱਥੇ ਉਹਨਾਂ ਨੇ ਟੂਲਸ ਖਰੀਦੇ ਹੋਣਗੇ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਗਏ ਹੋਣੇ ਆ, ਤਾਂ 1 ਕਰੋੜ ਆਪਾਂ ਉਹ ਵਾਲਾ ਖਰਚਾ ਹੈ ਉਹ ਕੱਢ ਦਿਓ। ਸੋ ਓਨਲੀ 1 ਕਰੋੜ ਇਜ਼ ਲੈਫਟ ਟੂ ਬੀ ਟਰਾਂਸਫਰਡ ਨਾ, ਸਿਰਫ ਇੱਕੋ ਹੀ 1 ਕਰੋੜ ਹੀ ਆਪਣੇ ਕੋਲ ਬਚਦਾ ਹੈ। ਸੋ ਦਿਸ ਐਡੀਸ਼ਨਲ 1 ਕਰੋੜ ਨੀਡਡ ਮੇ ਬੀ ਰੇਜ਼ਡ ਥਰੂ ਅਦਰ ਸੋਰਸਿਸ। ਤਾਂ ਆਪਾਂ ਕਿਵੇਂ ਕਰ ਸਕਦੇ ਹਾਂ ਇਸ ਪੈਸੇ ਨੂੰ ਸੇਵ? ਕੰਪਲੀਮੈਂਟਰੀ ਸੇਵਿੰਗਸ ਨੇ ਜਿਹੜੀਆਂ ਉਹ ਕਰੋ ਥਰੂ ਇੰਟਰਨਲ ਐਂਡ ਡੋਮੈਸਟਿਕ ਸੋਰਸਿਸ। ਜਿਹੜੀ ਅਰਬਨ ਪਾਪੂਲੇਸ਼ਨ ਹੈ ਉਹ ਕੀ ਕਰਦੀ ਹੈ, ਨਾਰਮਲੀ ਸੇਵਿੰਗਸ ਜ਼ਿਆਦਾ ਕਰਦੀ ਹੈ, ਠੀਕ ਹੈ, ਤਾਂ ਉਹਨਾਂ ਨੂੰ ਸੇਵਿੰਗਸ ਵਾਸਤੇ ਸਾਨੂੰ ਕੀ ਦੇਣੇ ਚਾਹੀਦੇ ਨੇ, ਮੋਰ ਐਂਡ ਮੋਰ ਅਪੋਰਚੁਨਿਟੀਜ਼ ਦੇਣੀਆਂ ਚਾਹੀਦੀਆਂ ਨੇ। ਜਦੋਂ ਜਿਹੜੇ ਅਰਬਨ ਏਰੀਆਜ਼ ਦੇ ਲੋਕ ਆਪਣੇ ਫੂਡ ਗ੍ਰੇਨਸ ਦੀ ਕੰਜ਼ੰਪਸ਼ਨ ਨੂੰ ਕਟੇਲ ਕਰਦੇ ਨੇ ਤਾਂ ਸਰਪਲਸ ਫੂਡ ਗ੍ਰੇਨ ਹੈ ਜਿਹੜਾ ਉਹ ਬਚਦਾ ਹੈ, ਜਿਹੜਾ ਕਿ ਫਿਰ ਉਹਨੂੰ ਅਸੀਂ ਲੀਕੇਜ ਨਹੀਂ ਹੋਣ ਦੇਣਾ। However, if they can save only on items of ਜੇ ਉਹ ਸਿਰਫ ਲਗਜ਼ਰੀਜ਼ ਅਤੇ ਕੰਫਰਟਸ ਦੇ ਵਿੱਚੋਂ ਹੀ ਸੇਵਿੰਗਸ ਕਰਨ ਤਾਂ ਲੀਕੇਜ ਹੈ ਜਿਹੜੀ ਉਹ ਨਹੀਂ ਆਉਂਦੀ। ਸੋਰਸਿਸ, ਐਕਸਟਰਨਲ ਸੋਰਸਿਸ ਜਿਹੜੇ ਬਾਹਰੋਂ ਆਉਂਦੇ ਨੇ, ਮੈਜੋਰਟੀ ਆਫ ਪੀਪਲ ਨੇ ਜਿਹੜੇ ਲੈਸ ਡਿਵੈਲਪਡ ਕੰਟਰੀਜ਼ ਦੇ ਵਿੱਚ ਉਹ ਗਰੀਬ ਹੁੰਦੇ ਨੇ। ਸੋ ਡੋਮੈਸਟਿਕ ਸੇਵਿੰਗਸ ਨੇ ਜਿਹੜੀਆਂ ਉਹ ਨਹੀਂ ਆਉਂਦੀਆਂ। ਸੋ ਦੈਟ ਕੰਪਲੀਮੈਂਟਰੀ ਸੇਵਿੰਗਸ ਨੇ ਜਿਹੜੀਆਂ ਉਹਨਾਂ ਨੂੰ ਅਸੀਂ ਐਕਸਟਰਨਲ ਸੋਰਸਿਸ ਦੇ ਥਰੂ ਰੇਜ਼ ਕਰ ਸਕਦੇ ਹਾਂ। ਐਕਸਟਰਨਲ ਅਸਿਸਟੈਂਸ ਹੈ ਜਿਹੜੀ ਉਹ ਵੀ ਔਨ ਦੀ ਪਰਚੇਜ਼ ਆਫ ਫੂਡ ਗ੍ਰੇਨਸ ਹੈ ਉਹ ਦੇਣੀ ਚਾਹੀਦੀ ਹੈ, ਜਿਹੜੇ ਲੋਕ ਕਿ ਇਹਨਾਂ ਕੈਪੀਟਲ ਪ੍ਰੋਜੈਕਟਸ ਦੇ ਵਿੱਚ ਲੱਗੇ ਹੋਏ ਨੇ। ਸੋ ਇਨ ਸ਼ਾਰਟ ਨਰਕਸ ਕੀ ਕਹਿੰਦਾ ਹੈ ਕਿ ਅਗਰ ਅਸੀਂ ਇਫੈਕਟਿਵਲੀ ਡਿਸਗਾਈਜ਼ਡ ਅਨਇੰਪਲੋਇਮੈਂਟ ਨੂੰ ਐਜ਼ ਅ ਸੋਰਸ ਆਫ ਸੇਵਿੰਗ ਲੈਣਾ ਹੈ ਤਾਂ ਸਾਨੂੰ ਕੁਛ ਕੰਪਲੀਮੈਂਟਰੀ ਸੇਵਿੰਗਸ ਕਰਨੀਆਂ ਪੈਣਗੀਆਂ। ਨੈਕਸਟ ਹੈ ਬੇਟਾ ਕ੍ਰਿਟਿਸਿਜ਼ਮ। ਕ੍ਰਿਟਿਸਿਜ਼ਮ ਕਿਸ ਚੀਜ਼ ਦਾ? ਇਹੀ ਜੋ ਅਸੀਂ ਉੱਪਰ ਸੇਵਿੰਗ ਪੋਟੈਂਸ਼ੀਅਲ ਹਾਈਪੋਥੇਸਿਸ ਦੱਸਿਆ ਹੈ, ਇਹਦਾ ਕ੍ਰਿਟਿਸਿਜ਼ਮ ਕੀਤਾ ਕੁਝ ਇਕੋਨੋਮਿਸਟ ਨੇ। ਉਹ ਕਹਿੰਦੇ ਕਿ ਲੀਕੇਜਸ ਜਿਹੜੀਆਂ ਨੇ ਹੁੰਦੀਆਂ ਹੀ ਨਹੀਂ, ਠੀਕ ਹੈ। ਉਹ ਕਹਿੰਦੇ ਨੇ ਦੇयर ਆਰ ਨੋ ਲੀਕੇਜਸ ਫਰੋਮ ਦ ਸਬਸਿਸਟੈਂਸ ਫੰਡ ਬਟ ਦਿਸ ਇਜ਼ ਪ੍ਰੈਕਟੀਕਲੀ ਨਾਟ ਪੋਸੀਬਲ। ਲੀਕੇਜਸ ਸਮਟਾਈਮਸ ਵਾਈਟਲ ਇੰਪੋਰਟੈਂਟ ਹੁੰਦੀਆਂ ਨੇ ਤਾਂ ਕਿ ਅਸੀਂ ਡੋਮੈਸਟਿਕ ਅਤੇ ਐਕਸਟਰਨਲ ਸੋਰਸਿਸ ਨੂੰ ਜਿਹੜਾ ਹੈ ਉਹ ਐਨਕਰੇਜ ਕਰ ਸਕੀਏ। ਦੇਖੋ ਬੇਟਾ ਮੋਨੋਟਨਸ ਸਿਚੁਏਸ਼ਨ ਆ ਜਾਂਦੀ ਹੈ ਜੇ ਅਸੀਂ ਉਹੀ ਸਾਰਾ ਪੈਟਰਨ ਹੈ ਹਮੇਸ਼ਾ ਕਰਦੇ ਰਹਾਂਗੇ। ਸੋ ਲੀਕੇਜਸ ਕਹਿੰਦਾ ਸਮਟਾਈਮਸ ਇਕੋਨਮੀ ਚਲਾਉਣ ਵਾਸਤੇ ਜ਼ਰੂਰੀ ਵੀ ਹੁੰਦੀਆਂ ਨੇ। ਨੈਕਸਟ ਹੈ ਡਿਫਰੈਂਸ ਇਨ ਦਾ ਨੇਚਰ ਆਫ ਲੇਬਰਰਸ। ਜਿਹੜੇ ਲੇਬਰਰਸ ਨੇ ਉਹ ਡਿਫਰੈਂਟ ਤਰੀਕੇ ਦੇ ਹੁੰਦੇ ਨੇ। ਨਰਕਸ ਕਹਿੰਦਾ ਹੈ ਨਰਕਸ ਡਜ਼ ਨਾਟ ਡਿਸਟਿੰਗੁਇਸ਼ ਬਿਟਵੀਨ ਦ ਫਾਰਮਿੰਗ ਵਰਕਰਸ ਐਂਡ ਦੋਜ਼ ਵਰਕਿੰਗ ਔਨ ਦ ਕੈਪੀਟਲ ਪ੍ਰੋਜੈਕਟਸ। ਵਾਈਲ ਜਿਹੜੇ ਫਾਰਮਿੰਗ ਵਰਕਰਸ ਨੇ ਉਹ ਜਨਰਲੀ ਅਨਸਕਿਲਡ ਹੁੰਦੇ ਨੇ, ਇਲਿਟਰੇਟ ਹੁੰਦੇ ਨੇ, ਉਹਨਾਂ ਲਈ ਕੈਪੀਟਲ ਪ੍ਰੋਜੈਕਟਸ ਚਾਹੀਦੇ ਨੇ, ਸਾਨੂੰ ਸਕਿਲਡ ਅਤੇ ਐਜੂਕੇਟਡ ਵਰਕਰਸ ਚਾਹੀਦੇ ਨੇ। ਸੋ ਕੁਰੀਹਰਾ ਕੀ ਕਹਿੰਦਾ ਹੈ ਕਿ ਜੇ ਅਨਸਕਿਲਡ ਅਤੇ ਇਲਿਟਰੇਟ ਵਰਕਰਸ ਨੇ ਉਹਨਾਂ ਨੂੰ ਅਸੀਂ ਕੈਪੀਟਲ ਪ੍ਰੋਜੈਕਟਸ ਦੇ ਵਿੱਚ ਲਾ ਦਾਂਗੇ ਤਾਂ ਉਹਦੇ ਨਾਲ ਕੁਛ ਵੀ ਜਿਹੜਾ ਹੈ ਉਹ ਕੰਟਰੀਬਿਊਟ ਨਹੀਂ ਹੋਊਗਾ। ਕਿਉਂਕਿ ਉਹਨਾਂ ਲੋਕਾਂ ਨੂੰ ਨਾ ਹੀ ਮਸ਼ੀਨਾਂ ਚਲਾਉਣੀਆਂ ਹੁੰਦੀਆਂ, ਨਾ ਹੀ ਉਹ ਇੰਨੇ ਪੜ੍ਹੇ ਲਿਖੇ ਨੇ ਕਿ ਮਾਡਰਨ ਟੂਲ ਇੰਪਲੀਮੈਂਟਸ ਦੇ ਨਾਲ ਉਹ ਕੰਮ ਨੂੰ ਕਰ ਸਕਣ। ਥਰਡ ਹੈ ਤੁਹਾਡੇ ਕੋਲ ਆਈਡੈਂਟੀਫਿਕੇਸ਼ਨ ਆਫ ਡਿਸਗਾਈਜ਼ਡ ਅਨਇੰਪਲੋਇਮੈਂਟ ਇਜ਼ ਡਿਫਿਕਲਟ। ਸੋ ਬੇਟਾ ਇਹਦੇ ਵਿੱਚ ਹੈ ਕਿ ਜਿਹੜਾ ਇੱਕ ਵਰਕਰ ਹੈ ਕੋਈ ਵੀ ਮੰਨਣ ਨੂੰ ਤਿਆਰ ਹੀ ਨਹੀਂ ਹੁੰਦਾ ਕਿ ਮੈਂ ਵਿਹਲਾ ਹਾਂ, ਠੀਕ ਹੈ ਨਾ। ਤਾਂ ਡਿਸਗਾਈਜ਼ਡ ਅਨਇੰਪਲੋਇਮੈਂਟ ਕਿੰਨੀ ਹੈ, ਕੌਣ ਉਹਦੇ ਵਿੱਚ ਡਿਸਗਾਈਜ਼ਡਲੀ ਅਨਇੰਪਲੋਇਡ ਹੈ, ਠੀਕ ਹੈ। ਇਸ ਚੀਜ਼ ਨੂੰ ਜਿਹੜਾ ਹੈ ਉਹ ਫਾਈਂਡ ਆਊਟ ਕਰਨਾ ਮੁਸ਼ਕਿਲ ਹੈ। ਫੋਰਥ ਹੈ ਇਨਕਰੀਜ਼ ਇਨ ਦੀ ਲੈਵਲ ਆਫ ਕੰਜ਼ੰਪਸ਼ਨ। ਡਿਸਗਾਈਜ਼ਡ ਅਨਇੰਪਲੋਇਮੈਂਟ ਹੈ ਜਿਹੜੀ ਉਹਦੇ ਨਾਲ ਜਦੋਂ ਅਸੀਂ ਰਿਮੇਨਿੰਗ ਵਰਕਰਸ ਨੇ ਜਿਹੜੇ ਫਾਰਮਿੰਗ ਲੈਂਡਸ ਦੇ ਉੱਤੇ ਕੰਮ ਕਰ ਰਹੇ ਹੁੰਦੇ ਨੇ ਤਾਂ ਉਹਨਾਂ ਦੀ ਕੰਜ਼ੰਪਸ਼ਨ ਵੱਧ ਜਾਂਦੀ ਹੈ। ਹਾਊਐਵਰ ਇਟ ਇਜ਼ ਨਾਟ ਲਾਈਕਲੀ ਟਰੂ ਕਿ ਸਬਸਿਸਟੈਂਸ ਲੈਵਲ ਆਫ ਕੰਜ਼ੰਪਸ਼ਨ ਹੀ ਵੱਧਦਾ ਹੈ।
ਉਹਦੇ ਨਾਲ ਉਹਨਾਂ ਦੀ ਓਲਡ ਸਬਸਿਸਟੈਂਸ ਲੈਵਲ ਆਫ ਲਿਵਿੰਗ ਹੈ ਜੋ ਵੀ ਉਹ ਵੀ ਵੱਧ ਸਕਦਾ ਹੈ। ਸੋ ਪ੍ਰੋਪੈਂਸਿਟੀ ਟੂ ਕੰਜ਼ਿਊਮ ਇਹਨਾਂ ਵਰਕਰਸ ਦੀ ਜਿਹੜੀ ਉਹ ਇਨਕਰੀਜ਼ ਹੁੰਦੀ ਹੈ। ਕਿਉਂ? ਕਿਉਂਕਿ ਕਈ ਵਾਰੀ ਉਹਨਾਂ ਦੀਆਂ ਵੇਜਸ ਵੱਧ ਜਾਂਦੀਆਂ ਨੇ ਜਾਂ ਉਹਨਾਂ ਦੇ ਉੱਤੇ ਡੈਮੋਨਸਟ੍ਰੇਸ਼ਨ ਇਫੈਕਟ ਪੈਂਦਾ ਹੈ ਜਾਂ ਅਰਬਨ ਇਨਵਾਇਰਮੈਂਟ ਕਰਕੇ ਹੋ ਸਕਦਾ ਹੈ। ਨੈਕਸਟ ਹੈ ਬੇਟਾ ਡਿਫੀਕਲਟੀ ਇਨ ਮੋਬਿਲਿਟੀ ਆਫ ਲੇਬਰ। ਦੇਖੋ ਜਿੰਨੀਆਂ ਲੈਸ ਡਿਵੈਲਪਡ ਕੰਟਰੀਜ਼ ਹੁੰਦੀਆਂ ਉੱਥੇ ਲੋਕ ਰਿਜਿਡ ਹੁੰਦੇ ਨੇ, ਪੁਰਾਣੇ ਖਿਆਲਾਂ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਹੁੰਦੇ ਨੇ, ਠੀਕ ਹੈ। ਤਾਂ ਉਹ ਕੀ ਕਰਦੇ ਨੇ, ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਤੇ ਮੋਬਾਈਲ ਨਹੀਂ ਹੁੰਦੇ, ਉਹ ਜਾਣ ਵਾਸਤੇ ਤਿਆਰ ਨਹੀਂ ਹੁੰਦੇ। ਦੇ ਆਰ ਵੈਰੀ ਕਲੋਜ਼ ਟੂ ਦੇਅਰ ਵਿਲੇਜਸ, ਟਰਾਂਸਪੋਰਟ ਕੋਸਟ ਵੱਧ ਹੁੰਦੀ ਹੈ ਤਾਂ ਉਹਨਾਂ ਨੂੰ ਜਿਹੜਾ ਹੈ ਟਰਾਂਸਫਰ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਦੈਨ ਇਨਕਰੀਜ਼ ਇਨ ਪਾਪੂਲੇਸ਼ਨ, ਰਾਈਜ਼ਿੰਗ ਪਾਪੂਲੇਸ਼ਨ ਦੇ ਨਾਲ ਕੈਪੀਟਲ ਫਾਰਮੇਸ਼ਨ ਹੈ ਜਿਹੜੀ ਉਹ ਇਨਕਰੀਜ਼ ਨਹੀਂ ਹੋ ਸਕਦੀ। ਸੋ ਡਿਸਗਾਈਜ਼ਡ ਅਨਇੰਪਲੋਇਮੈਂਟ ਦੀ ਜਿਹੜੀ ਸਿਚੁਏਸ਼ਨ ਹੈ ਉਹ ਪਹਿਲਾਂ ਨਾਲੋਂ ਹੋਰ ਵੱਧ ਜਾਂਦੀ ਜਦੋਂ ਪਾਪੂਲੇਸ਼ਨ ਵੱਧ ਜਾਂਦੀ ਹੈ। ਦੈਨ ਲੈਕ ਆਫ ਕੰਪਲੀਮੈਂਟਰੀ ਸੇਵਿੰਗ ਪੋਟੈਂਸ਼ੀਅਲ ਹੈ ਜਿਹੜਾ ਡਿਸਗਾਈਜ਼ਡ ਅਨਇੰਪਲੋਇਮੈਂਟ ਦੇ ਨਾਲ ਉਸ ਨੂੰ ਤੁਸੀਂ ਵਧਾ ਨਹੀਂ ਸਕਦੇ। ਓਇੰਗ ਟੂ ਲੋ ਇਨਕਮ ਲੈਵਲਸ ਇਹ ਪੋਸੀਬਲ ਨਹੀਂ ਹੁੰਦਾ ਲੈਸ ਡਿਵੈਲਪਡ ਕੰਟਰੀਜ਼ ਦੇ ਵਿੱਚ ਕਿ ਅਸੀਂ ਕੰਪਲੀਮੈਂਟਰੀ ਸੇਵਿੰਗਸ ਨੇ ਜਿਹੜੀਆਂ ਉਹ ਕਰ ਸਕੀਏ, ਅਤੇ ਬਾਹਰਲੀ ਜਿਹੜੀ ਹੈਲਪ ਹੈ ਉਹ ਲੈ ਕੇ ਆਉਣੀ ਹੋਰ ਵੀ ਮੁਸ਼ਕਿਲ ਹੁੰਦੀ ਹੈ। ਦੈਨ ਨੈਕਸਟ ਇਨਕਰੀਜ਼ ਇਨ ਪ੍ਰਾਈਸਿਸ, ਵੇਜਸ ਨੇ ਜਦੋਂ ਉਹ ਵੱਧਦੀਆਂ ਨਾਲ ਜਦੋਂ ਪ੍ਰਾਈਸਿਸ ਵੀ ਵੱਧ ਜਾਂਦੇ ਨੇ ਤਾਂ ਕੌਨਸੀਕੁਐਂਟਲੀ ਜਿਹੜੀ ਡਿਮਾਂਡ ਹੈ ਉਹ ਸਪਲਾਈ ਦੇ ਕੋਰਸਪੋਂਡਿੰਗ ਨਹੀਂ ਹੁੰਦੀ। ਸੋ ਇਨ ਟਰਨ ਓਇੰਗ ਟੂ ਇਨਕਰੀਜ਼ਡ ਪ੍ਰਾਈਸਿਸ ਵਰਕਰਸ ਦੀ ਜਿਹੜੀ ਡਿਮਾਂਡ ਹੈ ਮੋਰ ਵੇਜਸ ਲਈ ਵੱਧ ਜਾਂਦੀ ਹੈ, ਤਾਂ ਸਾਡੇ ਕੋਲ ਜਿਹੜਾ ਸੇਵਿੰਗ ਪੋਟੈਂਸ਼ੀਅਲ ਹੈ ਉਹ ਇਸ ਕਰਕੇ ਨਹੀਂ ਆਉਂਦਾ ਕਿਉਂਕਿ ਪ੍ਰਾਈਸਿਸ ਦੇ ਨਾਲ ਵੇਜਸ ਵੱਧਦੇ, ਸਾਡਾ ਆਪਣੇ ਆਪ ਪ੍ਰੋਫਿਟ ਲੈਵਲ ਘੱਟ ਜੂਗਾ। ਦੈਨ ਟੈਕਨੋਲੋਜੀ ਨਿਊਟਰੈਲਿਟੀ, ਕੰਸੀਲਡ ਸੇਵਿੰਗ ਪੋਟੈਂਸ਼ੀਅਲ ਕੀ ਦੱਸਦੀ ਹੈ ਕਿ ਕੰਟਰੀ ਹੈ ਜਿਹੜੀ ਉਹ ਪ੍ਰੋਗਰੈਸ ਕਰ ਸਕਦੀ ਹੈ ਜੇ ਉਹ ਟੈਕਨੋਲੋਜੀਕਲ ਨਿਊਟਰੈਲਿਟੀ ਲੈ ਕੇ ਆਵੇ। ਫੈਕਟ ਕੀ ਹੈ, ਲੋਟ ਆਫ ਐਕਸਪੈਂਡੀਚਰ ਹੈ ਜਿਹੜਾ ਉਹ ਨਵੀਂ ਟੈਕਨੋਲੋਜੀ ਨੂੰ ਲਿਆਉਣ ਵਾਸਤੇ ਕੀਤਾ ਜਾਂਦਾ ਹੈ ਤਾਂ ਕਿ ਸਿਸਟਮ ਦੇ ਵਿੱਚ ਗਰੋਥ ਕੀਤੀ ਜਾਵੇ। ਲੈਸ ਪ੍ਰੋਡਕਟਿਵਿਟੀ ਇਨ ਐਗਰੀਕਲਚਰ ਹੈ ਜਿਹੜੀ ਉਹ ਪ੍ਰਿਮਿਟਿਵ ਪੁਰਾਣੇ ਤਰੀਕਿਆਂ ਦੇ ਨਾਲ ਕੀਤੀ ਜਾਂਦੀ ਹੈ, ਲੇਬਰ ਇੰਟੈਂਸਿਵ ਟੈਕਨੀਕਸ ਹੁੰਦੀਆਂ ਨੇ। ਸੋ ਕੁਛ ਕੁ ਵਰਕਰਸ ਨੂੰ ਅਗਰ ਅਸੀਂ ਐਗਰੀਕਲਚਰ 'ਚੋਂ ਕਢਾ ਵੀ ਲੈਂਦੇ ਹਾਂ ਤਾਂ ਆਊਟਪੁੱਟ ਦੇ ਉੱਤੇ ਫਰਕ ਨਹੀਂ ਪੈਂਦਾ। ਦੈਨ ਲਾਸਟ ਹੈ ਨਾਟ ਐਪਲੀਕੇਬਲ ਟੂ ਡੈਮੋਕ੍ਰੈਟਿਕ ਸਟੇਟਸ, ਜਿਹੜੀ ਸਰਪਲਸ ਲੇਬਰ ਹੈ ਰੂਰਲ ਏਰੀਆਜ਼ ਤੋਂ ਕੈਪੀਟਲ ਸੈਕਟਰ ਦੇ ਵਿੱਚ, ਉਹਨੂੰ ਅਸੀਂ ਕੋਅਰਸਿਵ ਹੁੰਦਾ ਗਲਤ ਤਰੀਕਿਆਂ ਦੇ ਨਾਲ ਹੀ ਬਾਹਰ ਕੱਢ ਸਕਦੇ ਹਾਂ। ਕੁਛ ਇੱਕ ਅੰਡਰ ਡਿਵੈਲਪਡ ਕੰਟਰੀਜ਼ ਨੇ ਜਿਹੜੀਆਂ ਉਹਨਾਂ ਦੇ ਪੋਟੈਂਸ਼ੀਅਲ ਡੋਮੈਸਟਿਕ ਰਿਸੋਰਸਿਸ ਨੇ ਜਿਹੜੇ ਕਿ ਕੈਪੀਟਲ ਕੰਸਟਰਕਸ਼ਨ ਵਾਸਤੇ ਅਵੇਲੇਬਲ ਹੁੰਦੇ ਨੇ, ਪਰ ਉਹਨਾਂ ਨੂੰ ਅਸੀਂ ਜਿਹੜਾ ਹੈ ਅਦਰਵਾਈਜ਼ ਸਹੀ ਤਰੀਕੇ ਨਾਲ ਨਹੀਂ ਕਰ ਸਕਦੇ। ਉਹਨਾਂ ਦੇ ਉੱਤੇ ਸਾਨੂੰ ਕੋਅਰਸਿਵ ਤਰੀਕੇ ਲਗਾ ਕੇ ਹੀ ਅਸੀਂ ਜਿਹੜਾ ਹੈ ਉਹਨਾਂ ਲੋਕਾਂ ਨੂੰ ਉਹ ਡਿਸਗਾਈਜ਼ਡ ਜਾਂ ਫਿਰ ਜਿਹੜਾ ਹੈ ਰੂਰਲ ਏਰੀਆਜ਼ 'ਚੋਂ ਕੱਢ ਕੇ ਦੂਜੇ ਏਰੀਆਜ਼ 'ਚ ਲਿਜਾ ਸਕਦੇ ਹਾਂ। ਸੋ ਇਹ ਡਾਕਟਰਾਈਨ ਹੈ ਜਿਹੜਾ ਹੈ ਡੋਮੈਸਟਿਕ ਕੰਟਰੀਜ਼ ਡੈਮੋਕ੍ਰੈਟਿਕ ਕੰਟਰੀਜ਼ ਦੇ ਉੱਤੇ ਹੀ ਅਪਲਾਈ ਹੁੰਦਾ ਹੈ। ਇਨ ਸ਼ਾਰਟ ਪ੍ਰੋਫੈਸਰ ਕੇ ਐਨ ਰਾਜ ਕਹਿੰਦਾ ਹੈ ਕਿ ਨਰਕਸ ਦੀ ਇਸ ਥਿਊਰੀ ਦੇ ਵਿੱਚ ਮੈਨੂੰ ਕੁਝ ਵੀ ਖਾਸ ਕੰਸੀਲਡ ਸੇਵਿੰਗ ਪੋਟੈਂਸ਼ੀਅਲ ਨਹੀਂ ਮਿਲਦਾ। ਪ੍ਰੋਫੈਸਰ ਕੁਰੀਹਰਾ ਦਾ ਬਿਲੀਫ ਹੈ ਕਿ ਜਿਹੜਾ ਡਿਸਗਾਈਜ਼ਡ ਅਨਇੰਪਲੋਇਮੈਂਟ ਹੈ ਸਟਿਮੂਲਸ ਨਹੀਂ ਹੈਗਾ, ਰਾਦਰ ਇਹ ਇਕਨੋਮਿਕ ਗਰੋਥ ਦੇ ਵਿੱਚ ਇੱਕ ਰੁਕਾਵਟ ਪੈਦਾ ਕਰਦਾ ਹੈ। ਸੋ ਸੱਚ ਪ੍ਰੋਜੈਕਟ ਹੀ ਸੇਜ਼ ਆਰ ਲੋ ਪ੍ਰੋਡਕਟਿਵਿਟੀ ਪ੍ਰੋਜੈਕਟਸ, ਅਤੇ ਇਹਨਾਂ ਨੂੰ ਅਸੀਂ ਜਦੋਂ ਅਚੀਵ ਕਰਦੇ ਹਾਂ ਤਾਂ ਸਾਡਾ ਖਰਚਾ ਜ਼ਿਆਦਾ ਹੁੰਦਾ ਹੈ। ਇਟ ਇਜ਼ ਆਲਸੋ ਸਮਟਾਈਮਸ ਹੈਲਡ ਦੈਟ ਕਿ ਐਫਰਟਸ ਕਰਨੇ ਚਾਹੀਦੇ ਨੇ ਤਾਂ ਕਿ ਅਸੀਂ ਅਰਬਨ ਅਨਇੰਪਲੋਇਮੈਂਟ ਦੀ ਪ੍ਰੋਬਲਮ ਨੂੰ ਖਤਮ ਕਰ ਸਕੇ ਜਿਹੜੀ ਕਿ ਮੋਰ ਸੀਰੀਅਸ ਹੈ ਦੈਨ ਦੀ ਪ੍ਰੋਬਲਮ ਆਫ ਦੀ ਡਿਸਗਾਈਜ਼ਡਲੀ unemployed in the less developed countries.